ਸਤਿ ਸ਼੍ਰੀ ਅਕਾਲ ਜੀ। ਮੈਂ ਉਮੀਦ ਕਰਦਾ ਕਿ ਤੁਸੀਂ ਹਰ ਵਾਰ ਦੀ ਤਰ੍ਹਾਂ ਠੀਕ ਠਾਕ ਹੋਵੋਗੇ ਤੇ ਜਿਵੇਂ ਮੈਂ ਹਰ ਵਾਰ ਦੀ ਤਰ੍ਹਾਂ ਇੱਕ ਨਵਾਂ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣਾ ਗਾ ਜੀ। ਤੇ ਅੱਜ ਵੀ ਮੈਂ ਬੜਾ ਹੀ ਇੱਕ ਇੰਟਰਸਟਿੰਗ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਭ ਤੋਂ ਗੱਲ ਕਰਾਂ ਮੈਂ ਆਪਦੇ ਬਾਰੇ ਤੇ ਬੇਸਿਕਲੀ ਮੇਰੀਆਂ ਪਹਿਲਾਂ ਵੀ ਕਈ ਵੀਡੀਓਜ਼ ਆਈਆਂ ਹੋਈਆਂ ਉਹ ਵੀਡੀਓਜ਼ ਦੇ ਵਿੱਚ ਮੇਰੇ ਨਾਰਮਲੀ ਟਰਬਨ ਬੰਨੀ ਹੁੰਦੀ ਹੈਗੀ। ਤਾਂ ਮੈਂ ਸਾਰੇ ਵਿਊਵਰਸ ਨੂੰ ਦੱਸ ਦੇਣਾ ਚਾਹੁੰਦਾ ਗਾ ਕਿ ਐਕਚੁਅਲੀ ਕੀ ਹੈ ਵੀ ਮੇਰੇ ਕੇਸ ਨਹੀਂ ਰੱਖੇ ਹੋਏ ਸੀਗੇ। ਮੈਂ ਵੈਸੇ ਹੀ ਸ਼ੁਰੂ ਤੋਂ ਇੱਦਾਂ ਹੀ ਪੱਗ ਬੰਨ੍ਹਦਾ ਆਇਆ ਗਾ। ਹਾਲਾਂਕਿ ਮੇਰੇ ਕੇਸ ਨਹੀਂ ਰੱਖੇ ਹੋਏ ਤੇ ਮੈਂ ਨਾ ਹੀ ਕੇਸ ਕਟਵਾਏ ਨੇਗੇ, ਇੱਦਾਂ ਹੀ ਸੀ। ਤੇ ਇੱਦਾਂ ਹੀ ਮੈਂ ਨਾਰਮਲੀ ਕੀ ਹੈ ਕਾਲਜ ਟਾਈਮ ਕੀ ਹੈ ਉਸ ਤੋਂ ਬਾਅਦ ਜਦੋਂ ਜੋਬ ਕਰਦਾ ਸੀ ਉਦੋਂ ਵੀ ਕੀ ਆ ਆਪਦੇ ਪੱਗ ਇਸੇ ਤਰ੍ਹਾਂ ਬੰਨ੍ਹਦਾ ਹੁੰਦਾ ਸੀ। ਤੇ ਅੱਜ ਮੈਂ ਨਾਰਮਲ ਕੀ ਹੈ ਬਿਨਾਂ ਟਰਬਨ ਤੋਂ। ਸੋ ਇਹ ਤਾਂ ਬੇਸਿਕ ਜਿਵੇਂ ਮੇਰੀ ਪਰਸਨਲ ਲਾਈਫ ਦੀ ਹੈ ਜੀ। ਅਤੇ ਜਿਵੇਂ ਅੱਜ ਕੱਲ੍ਹ ਕਰੀਏ, ਅੱਜ ਮੈਂ ਬੇਸਿਕਲੀ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਬੈਠਾ ਜੀ, ਟੋਰਾਂਟੋ ਦੇ ਸਕਾਰਬਰੋ ਦੇ ਵਿੱਚ। ਸੋ ਜਿਵੇਂ ਮੈਂ ਹਰ ਵਾਰ ਦੀ ਤਰ੍ਹਾਂ ਇੱਕ ਟੌਪਿਕ ਲੈ ਕੇ ਹਾਜ਼ਰ ਹੁੰਦਾ ਜੀ, ਇੱਕ ਲੇਟੈਸਟ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਗਾ। ਤਾਂ ਹਰੇਕ ਵਾਰ ਦੀ ਤਰ੍ਹਾਂ ਮੈਂ ਅੱਜ ਜਿਹੜਾ ਹੈਗਾ ਜੀ, ਅੱਜ ਬੇਸਿਕਲੀ ਕੈਨੇਡਾ ਬਾਰੇ ਹੀ ਟੌਪਿਕ ਲੈ ਕੇ ਹਾਜ਼ਰ ਹਾਂ। ਅਤੇ ਅੱਜ ਮੈਂ ਗੱਲ ਕਰ ਰਿਹਾ ਜੀ ਕੈਨੇਡਾ ਦੇ ਇਤਿਹਾਸ ਬਾਰੇ, ਬਰੀਫ ਹਿਸਟਰੀ ਆਫ ਕੈਨੇਡਾ। ਸੋ ਜੇ ਕੈਨੇਡਾ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਜੀ, ਬੇਸਿਕਲੀ ਜਿਵੇਂ ਹਰ ਕੋਈ ਜਾਣਦਾ ਹੀ ਆ ਵੀ ਕੈਨੇਡਾ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਕਰਕੇ ਜਾਣਿਆ ਜਾਂਦਾ ਹੈ। ਕਿਉਂਕਿ ਜਿੰਨੀ ਵੀ ਪਾਪੂਲੇਸ਼ਨ ਹੈਗੀ ਮੋਸਟ ਆਫ ਦੀ ਪਾਪੂਲੇਸ਼ਨ ਆਫ ਕੈਨੇਡਾ ਇਜ਼ ਮੇਨਲੀ ਬੇਸਡ ਔਨ ਇਮੀਗ੍ਰੇਸ਼ਨ, ਵੀ ਸਾਰੀ ਇਮੀਗ੍ਰੇਸ਼ਨ 'ਤੇ ਆਧਾਰਿਤ ਜਿਹੜੀ ਹੈਗੀ ਹੈ। ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਐਥਨੀਸਿਟੀਜ਼ ਦੇ ਹੈਗੇ ਹੈ, ਕਈ ਤਰ੍ਹਾਂ ਦੇ ਜਿਹੜੇ ਲੋਕ ਹੈ ਉਹ ਇੱਥੇ ਰਹਿੰਦੇ ਨੇਗੇ। ਇੱਥੇ ਬੇਸਿਕਲੀ ਜੇ ਗੱਲ ਕੀਤੀ ਜਾਵੇ ਚਾਈਨੀਜ਼ ਵੀ ਰਹਿੰਦੇ ਨੇਗੇ, ਫਰੈਂਚ ਪੀਪਲ ਵੀ ਰਹਿੰਦੇ ਨੇਗੇ, ਅਤੇ ਉਸ ਤੋਂ ਇਲਾਵਾ ਪੰਜਾਬੀ ਹੈਗੇ, ਹੋਰ ਵੀ ਜਿਵੇਂ ਸਾਡੇ ਇੰਡੀਆ ਤੋਂ ਸਾਊਥ ਸਟੇਟਾਂ ਦੇ ਆ ਉੱਥੋਂ ਵੀ ਕਈ ਜਿਹੜੇ ਹੈਗੇ ਪੀਪਲ ਹੈਗੇ ਉਹ ਇੱਥੇ ਰਹਿੰਦੇ ਨੇਗੇ। ਇਸੇ ਕਰਕੇ ਕੀ ਹੈ ਇਸ ਦਾ ਬੇਸਿਕਲੀ ਕੈਨੇਡਾ ਦਾ ਐਕਚੁਅਲ ਨਾਂ ਹੀ ਪ੍ਰੀਵੀਅਸ ਟਾਈਮ ਦੇ ਵਿੱਚ, ਏਂਸ਼ੀਅੰਟ ਟਾਈਮ ਦੇ ਵਿੱਚ ਸੈਟਲਮੈਂਟ ਗਿਣਿਆ ਗਿਆ, ਵਿਲੇਜ ਫੋਰਸ ਸੈਟਲਮੈਂਟ। ਸੋ ਅੱਜ ਜੇ ਬੇਸਿਕਲੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਜੀ ਕੈਨੇਡਾ ਦੀ ਧਰਤੀ 'ਤੇ ਹੈ ਕਈ ਐਕਸਪਲੋਰਰ ਆਏ ਗਏ, ਇਟਾਲੀਅਨ ਐਕਸਪਲੋਰਰ ਆਏ। ਉਹ ਬੇਸਿਕਲੀ ਐਕਸਪਲੋਰ ਕਰਦੇ ਇੱਥੇ ਆ ਜਾਂਦੇ ਸੀ, ਬਸ ਇੱਥੋਂ ਚਲੇ ਜਾਂਦੇ ਸੀ। ਕਹਿਣ ਦਾ ਮਤਲਬ ਵੀ ਉਹ ਕੈਨੇਡਾ ਨੂੰ ਲੱਭਦੇ ਪਏ ਸੀ, ਬਟ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਕੈਨੇਡਾ ਦੀ ਐਕਚੁਅਲ ਧਰਤੀ 'ਤੇ ਹੀ ਬੈਠੇ ਹੈਗੇ। ਤਾਂ ਇਸੇ ਤਰ੍ਹਾਂ ਕੀ ਉਹ ਵਾਪਸ ਚਲੇ ਜਾਂਦੇ ਸੀ। ਹੁਣ ਇਸੇ ਤਰ੍ਹਾਂ ਕੀ ਹੈ ਫਿਰ ਉਸ ਤੋਂ ਬਾਅਦ ਜੀ ਫਿਰ ਆਏ, ਸਭ ਤੋਂ ਪਹਿਲਾਂ ਆਏ 1604 ਈਸਵੀ ਦੇ ਵਿੱਚ ਫਰੈਂਚ ਐਕਸਪਲੋਰਰ ਜੀ। ਉਹਦਾ ਨਾਂ ਸੀਗਾ ਜੀ, ਐਕਸਪਲੋਰਰ ਦਾ ਨਾਂ ਸੀਗਾ ਪੇਰੀ ਡੀ ਮੌਂਟ। ਉਹ 1604 ਈਸਵੀ ਦੇ ਵਿੱਚ ਆਇਆ। ਉਹ ਸਭ ਤੋਂ ਪਹਿਲਾਂ ਕੀ ਹੈ ਨੋਵਾ ਸਕੋਸ਼ੀਆ ਦੇ ਵਿੱਚ ਆਇਆ, ਨੋਵਾ ਸਕੋਸ਼ੀਆ ਤੋਂ ਵਿੱਚ ਆਇਆ। ਫਿਰ ਉਸ ਤੋਂ ਬਾਅਦ ਕੀ ਨੋਵਾ ਸਕੋਸ਼ੀਆ ਤੋਂ ਬਾਅਦ ਫਿਰ ਉਹ ਮੂਵ ਕਰ ਗਏ ਅਤੇ ਉਹਨਾਂ ਨੇ 1608 ਈਸਵੀ ਦੇ ਵਿੱਚ ਇੱਥੇ ਕੀ ਹੈ ਇੱਕ ਕਿਲ੍ਹੇਬੰਦੀ ਕੀਤੀ, ਕਿਲ੍ਹਾਬੰਦੀ ਫੋਰਟਰੈਸ ਕਿਲ੍ਹਾ ਬਣਾਇਆ। ਉਹ ਕਿਲ੍ਹਾ ਕੀ ਹੈ ਫਿਰ ਕਿਊਬਿਕ ਸਿਟੀ ਦੇ ਵਿੱਚ ਬਣਾਇਆ। ਇਸੇ ਗੱਲ ਕਰਕੇ ਕੀ ਹੈ ਸਭ ਤੋਂ ਪਹਿਲਾਂ ਇੱਥੇ ਜਿਹੜੇ ਹੈਗੇ ਫਰਾਂਸੀਸੀ ਲੋਕ ਇੱਥੇ ਆਏ, ਫਰੈਂਚ ਐਕਸਪਲੋਰਰ ਇੱਥੇ ਆਏ। ਉਹਨਾਂ ਨੇ ਆ ਕੇ ਕੈਨੇਡਾ ਨੂੰ ਲੱਭਿਆ। ਫਿਰ ਉਹਨਾਂ ਨੇ ਉੱਥੇ ਕੀ ਹੈ ਕਿਊਬਿਕ ਨਾਂ ਦਾ ਜਿਹੜਾ ਪ੍ਰੋਵਿੰਸ ਹੈ, ਸੂਬਾ ਹੈਗਾ ਉਹਦੀ ਸਥਾਪਨਾ ਕੀਤੀ। ਫਿਰ ਉਸ ਤੋਂ ਬਾਅਦ ਹੈਗਾ ਜੀ ਅੱਛਾ, ਇਹਨਾਂ ਨੇ ਜਦੋਂ ਫਰੈਂਚ ਪੀਪਲ ਤਾਂ ਆਈ ਸੀਗੇ। ਫਿਰ ਉਸ ਤੋਂ ਬਾਅਦ ਜਦੋਂ ਹੌਲੀ ਕੀ ਹੈ ਬ੍ਰਿਟਿਸ਼ ਵੀ ਆ ਗਏ। ਫਿਰ ਜਦੋਂ ਬ੍ਰਿਟਿਸ਼ ਆ ਗਏ ਤਾਂ ਦੋਵੇਂ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਸੁਪਰ ਪਾਵਰ ਗਿਣੀਆਂ ਗਈਆਂ, ਕਿਉਂਕਿ ਦੋਨਾਂ ਦੇ ਵਿੱਚ ਕੀ ਹੈ ਇੱਕ ਹਕੂਮਤ ਕਰਨ ਲਈ ਠੱਗਵਾਰ ਚੱਲਦੀ ਰਹਿੰਦੀ ਸੀ। ਜਿਵੇਂ ਆਪਾਂ ਜਾਣਦੇ ਹੀ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਆਪਾਂ ਇਹ ਤਾਂ ਇਤਿਹਾਸ ਗਵਾਹ ਹੈ ਕਿ ਜਿਹੜਾ ਹੈਗਾ ਬ੍ਰਿਟੇਨ ਨੇ ਹੈ, ਜਿਹੜਾ ਬਰਤਾਨਵੀ ਰਾਜ ਆ ਉਹ 200 ਤੋਂ ਵੱਧ ਮੁਲਕਾਂ 'ਤੇ ਰਿਹਾ ਹੈਗਾ, ਅਤੇ 200 ਤੋਂ ਵੱਧ ਮੁਲਕਾਂ 'ਤੇ ਉਹਨਾਂ ਨੇ ਰਾਜ ਕੀਤਾ ਹੈਗਾ। ਇਸੇ ਤਰੀਕੇ ਕੀ ਆ ਉਹਨਾਂ ਨੇ ਕੈਨੇਡਾ ਦੇ ਉੱਪਰ ਵੀ ਰਾਜ ਕੀਤਾ ਹੈਗਾ। ਜੇ ਅੱਜ ਵੀ ਜੇ ਗੱਲ ਕੀਤੀ ਜਾਵੇ ਕੈਨੇਡਾ ਦੀ ਕੌਂਸਟੀਟਿਊਸ਼ਨਲ ਮੋਨੈਰਕੀ ਦੀ, ਤਾਂ ਉਹ ਬ੍ਰਿਟੇਨ ਦੀ ਮਹਾਰਾਣੀ ਗਿਣੀ ਜਾਂਦੀ ਹੈ। ਇੱਕ ਜਿਵੇਂ ਸਾਡੇ ਇੰਡੀਆ ਦੇ ਵਿੱਚ ਹੈ, ਇੰਡੀਆ ਦੇ ਵਿੱਚ ਜਿਵੇਂ ਸਾਡਾ ਇੰਡੀਆ ਦਾ ਬੇਸਿਕਲੀ ਓਫੀਸ਼ੀਅਲ ਨਾਂ ਹੈ ਰਿਪਬਲਿਕ ਆਫ ਇੰਡੀਆ, ਵੀ ਗਣਤੰਤਰ ਆਫ ਇੰਡੀਆ। ਤਾਂ ਉਸੇ ਤਰੀਕੇ ਕੀ ਹੈ ਇਹ ਜਿਹੜਾ ਸਾਡੇ ਉੱਥੇ ਕੀ ਹੈ ਇੱਕ ਰਾਸ਼ਟਰਪਤੀ ਦਾ ਅਹੁਦਾ ਹੁੰਦਾ ਹੈਗਾ। ਕਿਉਂਕਿ ਜਦੋਂ ਅਸੀਂ ਆਜ਼ਾਦੀ ਲੈ ਲਈ ਬ੍ਰਿਟੇਨ ਤੋਂ, ਬਰਤਾਨਵੀ ਰਾਜ ਤੋਂ, ਤਾਂ ਉਦੋਂ ਕੀ ਹੈ ਫਿਰ ਸਾਨੂੰ ਜਿਹੜਾ ਓਫੀਸ਼ੀਅਲ ਨਾਂ ਹੈ ਇੰਡੀਆ ਨੂੰ ਉਹ ਰਿਪਬਲਿਕ ਆਫ ਇੰਡੀਆ ਦਿੱਤਾ ਗਿਆ। ਤਾਂ ਇਸੇ ਤਰੀਕਾ ਜਿਹੜਾ ਹੈਗਾ ਕੈਨੇਡਾ ਦੀ ਵੀ ਜਿਹੜਾ ਹੈਗਾ ਇੱਕ ਮਹਾਰਾਣੀ ਇੰਡਾਇਰੈਕਟਲੀ ਉਹਦੇ 'ਤੇ ਰਾਜ ਕਰਦੀ ਪਈ ਹੈਗੀ। ਕੌਂਸਟੀਟਿਊਸ਼ਨਲ ਮੋਨਾਰਕੀ ਹੈ, ਜਿਹੜਾ ਕਿ ਰਾਜ ਭਾਗ ਹੈ ਉਹ ਮਹਾਰਾਣੀ ਦੇ ਅੰਡਰ ਹੀ ਹੈ। ਉਸੇ ਤਰੀਕੇ ਨਾਲ ਕੀ ਹੈ ਵੀ ਜਿਹੜੇ ਮੁਲਕਾਂ ਦੇ ਵਿੱਚ ਕੀ ਹੈ ਬਰਤਾਨਵੀ ਰਾਜ ਰਿਹਾ ਹੈਗਾ, ਉਹਨਾਂ ਨੇ
ਹਰੇਕ ਮੁਲਕ ਦੇ ਵਿੱਚ ਕੀ ਹੈ ਇੱਕ ਗਵਰਨਰ ਜਨਰਲ ਦੀ ਪੋਸਟ ਇਸਟੈਬਲਿਸ਼ ਕੀਤੀ ਹੈ। ਉਵੇਂ ਕਿ ਸਾਡੇ ਵੀ ਕਈ ਗਵਰਨਰ ਜਨਰਲ ਜਿਹੜੇ ਹੈਗੇ ਗੋਰਿਆਂ ਦੇ ਇੱਥੇ ਰਹੇ ਹੈਗੇ। ਫਿਰ ਉਸ ਤੋਂ ਬਾਅਦ ਜਿਵੇਂ ਗੱਲ ਕਰ ਰਹੇ ਸੀਗੇ ਜੀ ਵੀ ਬਰਤਾਨਵੀ ਵੀ ਇੱਥੇ ਆਏ ਤਾਂ ਦੋਨਾਂ ਦੇ ਵਿੱਚ ਠੱਗਵਾਰ ਚੱਲੀ ਹੈਗੀ। ਹੁਣ ਠੱਗਵਾਰ ਚੱਲੀ ਹੈ, ਅਖੀਰੀ ਲੜਾਈ ਦਾ ਕੋਈ ਤਾਂ ਮਸਲਾ ਨਿਕਲਦਾ ਹੀ ਹੈ। ਫਿਰ ਉਹਨਾਂ ਨੇ ਕੀ ਹੈ ਆਪਸ ਵਿੱਚ ਨੈਗੋਸ਼ੀਏਸ਼ਨ ਕੀਤੀ ਵੀ ਇਸ ਮਸਲੇ ਨੂੰ ਗੱਲਬਾਤ ਕਰਕੇ ਸੁਲਝਾਇਆ ਵੀ ਠੀਕ ਹੈ ਜੀ ਆਪਾਂ ਦੋਨੇ ਰਲ ਮਿਲ ਕੇ ਕੀ ਹੈ ਇਸ ਵਧੀਆ ਜਗ੍ਹਾ 'ਤੇ ਕੀ ਹੈ ਆਪਾਂ ਰਾਜ ਕਰ ਲੈਂਦੇ ਹਾਂ। ਤਾਂ ਇਸੇ ਤਰੀਕੇ ਕੀ ਆ ਜਿਹੜੇ ਫਰਾਂਸੀਸੀ ਲੋਕਾਂ ਨੇ ਉਹਨਾਂ ਨੇ ਕਿਊਬਿਕ ਦੇ ਉੱਪਰ ਰਾਜ ਕੀਤਾ ਜੀ, ਅਤੇ ਜਿਹੜੇ ਸੀਗੇ ਕਿ ਰੈਸਟ ਆਫ ਦੀ ਕੈਨੇਡਾ ਸੀਗਾ ਉਹਦੇ 'ਤੇ ਬ੍ਰਿਟੇਨ ਨੇ ਹੁਕੂਮਤ ਕੀਤੀ ਹੈਗੀ। ਇਸੇ ਗੱਲ ਕਰਕੇ ਕਈ ਵਾਰ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਕੈਨੇਡਾ ਦੇ ਕਰੰਟ ਪ੍ਰਾਈਮ ਮਿਨਿਸਟਰ ਹੈਗੇ ਉਹ ਜਸਟਿਨ ਟਰੂਡੋ ਹੋਣਗੇ, ਤਾਂ ਬੇਸਿਕਲੀ ਜਿਵੇਂ ਇਹਨਾਂ ਦਾ ਨਾਮ ਹੈ ਉਹ ਨਾਮ ਦੇ ਜਿਹੜੇ ਸਪੈਲਿੰਗ ਆ ਉਹ ਸਪੈਲਿੰਗਾਂ ਤੋਂ ਸਾਫ਼ ਪਤਾ ਲੱਗਦਾ ਕਿ ਇਹ ਜਿਹੜੇ ਹੈਗੇ ਜਸਟਿਨ ਟਰੂਡੋ ਨੇ ਇਹ ਫ੍ਰੈਂਚ ਮੂਲ ਦੇ ਨੇ, ਕਿਉਂਕਿ ਇਹਦੇ ਫਾਦਰ ਸਾਹਿਬ ਪੈਰੀ ਟਰੂਡੋ ਸੀਗੇ ਉਹ ਫਰਾਂਸ ਮੂਲ ਦੇ ਸੀਗੇ। ਅਤੇ ਇਹੀ ਇੱਕ ਇਹੋ ਜਿਹੇ ਸਕਸੈਸਫੁਲ ਪ੍ਰਾਈਮ ਮਿਨਿਸਟਰ ਰਹੇ ਆ ਕੈਨੇਡਾ ਦੀ ਹਿਸਟਰੀ ਦੇ ਵਿੱਚ ਜਿਨ੍ਹਾਂ ਨੇ ਕੀ ਹੈ ਕਿਊਬਿਕ ਦਾ ਮਸਲਾ ਸੁਲਝਾਇਆ। ਕਿਉਂਕਿ ਕਿਊਬਿਕ ਇੱਕ ਇਹੋ ਜਿਹਾ ਪ੍ਰੋਵਿੰਸ ਹੈ ਕੈਨੇਡਾ ਦਾ ਜਿਹਨੇ ਆਪਦੀ ਸੋਵਰੇਨਿਟੀ ਕੀ ਆ ਮੇਨਟੇਨ ਰੱਖੀ ਵੀ ਹੈਗੀ, ਅਤੇ ਸੋਵਰੇਨਿਟੀ ਕਰਕੇ ਕਿਊਬਿਕ ਜਿਹੜਾ ਕੈਨੇਡਾ ਦੇ ਵਿੱਚ ਜਾਣਿਆ ਜਾਂਦਾ ਹੈਗਾ। ਹੁਣ ਫਿਰ ਉਸ ਤੋਂ ਬਾਅਦ ਜੀ ਜਿਵੇਂ ਗੱਲ ਕਰ ਰਹੇ ਸੀ ਵੀ ਠੱਗਵਾਰ ਚੱਲ ਰਹੀ ਸੀਗੀ, ਅਤੇ ਠੀਕ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਆ ਹੌਲੀ ਜੀ ਇਹਨਾਂ ਨੇ ਆਪਣਾ ਸੈਟਲਮੈਂਟ ਹੋਣ ਲੱਗ ਗਈ। ਤਾਂ ਫਿਰ ਉਸ ਤੋਂ ਬਾਅਦ ਕੀ ਹੁਣ ਜੇ ਗੱਲ ਕੀਤੀ ਜਾਵੇ ਤਾਂ ਹਰ ਇੱਕ ਜਦੋਂ ਇਮੀਗ੍ਰੇਸ਼ਨ ਹੁੰਦਾ ਗਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਜਦੋਂ ਕੋਈ ਵੀ ਬੰਦੇ ਜਾਂਦੇ ਤਾਂ ਉੱਥੋਂ ਦੇ ਜੱਦੀ ਲੋਕ ਰਹਿੰਦੇ ਨੇ, ਅਬੋਰਜੀਨਲ ਰੂਟਸ ਰਹਿੰਦੇ ਨੇ। ਤਾਂ ਇੱਥੇ ਵੀ ਅਬੋਰਜੀਨਲ ਲੋਕ ਸੀਗੇ। ਹੁਣ ਇੱਥੋਂ ਦੇ ਜਿਹੜੇ ਅਬੋਰਜੀਨਲ ਲੋਕ ਸੀਗੇ ਜੱਦੀ ਲੋਕ ਸੀਗੇ, ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਠੰਡ ਬਹੁਤ ਪੈਂਦੀ ਹੈ। ਸਰਦੀਆਂ ਦੇ ਵਿੱਚ ਕੀ ਆ ਮਾਈਨਸ ਡਿਗਰੀ ਦੇ ਵਿੱਚ ਟੈਂਪਰੇਚਰ ਚਲਾ ਜਾਂਦਾ ਹੈਗਾ, ਤਾਂ ਟੋਟਲੀ ਫਰੀਜ਼ਿੰਗ ਪੁਆਇੰਟ 'ਤੇ ਚਲਾ ਜਾਂਦਾ ਹੈਗਾ ਜੀ। ਫਰੀਜ਼ ਹੀ ਹੋ ਜਾਂਦਾ ਹੈਗਾ। ਤਾਂ ਉੱਥੇ ਕੀ ਹੈ ਇੱਥੋਂ ਦੇ ਜਿਹੜੇ ਜੱਦੀ ਲੋਕ ਸੀਗੇ ਉਹ ਇੱਥੋਂ ਦੀਆਂ ਜਿਹੜੀਆਂ ਇੱਕ ਬਫੈਲੋ ਸੀਗੀਆਂ ਪਰਟੀਕੂਲਰ ਟਾਈਪ ਦੀਆਂ ਜੀ ਮੱਝਾਂ ਸੀਗੀਆਂ, ਉਹ ਮੱਝਾਂ ਦੇ ਵੱਡੇ ਫੁੱਲ ਸੀਗੇ, ਜਾਂ ਆਪਣੇ ਪੰਜਾਬੀ ਦੇ ਵਿੱਚ ਨੈਟਿਵ ਪੰਜਾਬੀ ਦੇ ਵਿੱਚ ਜੱਤ ਕਹਿ ਦਿੰਦੇ ਹੈਗੇ। ਤਾਂ ਉਹਨਾਂ ਦੇ ਜੱਤ ਹੁੰਦੇ ਸੀ ਉਹ ਫੁਰ ਹੁੰਦੇ ਸੀ। ਉਹ ਕੀ ਕਰਦੇ ਸੀਗੇ ਜੀ ਹੁਣ ਠੰਡ ਦੇ ਵਿੱਚ ਕੀ ਹੈ ਸਰਵਾਈਵ ਕਰਨ ਲਈ ਦੋ ਹੀ ਚੀਜ਼ਾਂ ਜ਼ਰੂਰੀ ਹੁੰਦੀਆਂ ਹੈਗੀਆਂ, ਜਿੱਥੋਂ ਤੱਕ ਮੇਰੀ ਮੈਂਟੈਲਿਟੀ ਕਹਿੰਦੀ ਹੈ ਵੀ ਪੂਰੀ ਜ਼ਿਆਦਾ ਫਰੀਜ਼ਿੰਗ ਪੁਆਇੰਟ ਦੇ ਵਿੱਚ ਕੀ ਹੈ ਤੁਹਾਨੂੰ ਡਾਈਟ ਮੇਨਟੇਨ ਰੱਖਣੀ ਪੈਂਦੀ ਹੈਗੀ। ਬੀਫ ਹੈ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੀਟ ਖਾਂਦੇ ਹੋ ਤਾਂ ਮੀਟ ਦੇ ਨਾਲ ਕੀ ਹੈ ਦਾਰੂ ਵੀ ਮੇਨਟੇਨ ਰੱਖਣੀ ਪੈਂਦੀ ਹੈ। ਤਾਂ ਉਹ ਕੀ ਕਰਦੇ ਸੀਗੇ ਜੀ ਆਪ ਦਾ ਮੀਟ ਖਾ ਕੇ ਗੁਜ਼ਾਰਾ ਕਰਦੇ ਸੀ। ਉਹ ਗੱਠੇ ਝੁੰਡ ਦੇ ਵਿੱਚ ਆਉਂਦੇ ਅਤੇ ਮੱਝਾਂ ਦਾ ਸ਼ਿਕਾਰ ਕਰਕੇ ਲੈ ਜਾਂਦੇ, ਤਾਂ ਫਿਰ ਉਹ ਮੱਝਾਂ ਵੜ ਖਾਈ ਜਾਂਦੇ। ਅਤੇ ਜਦੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਕੀ ਕਰਦੇ ਸੀਗੇ ਜੀ ਉਹ ਠੰਡ ਤੋਂ ਬਚਾਉਣ ਲਈ ਉਹ ਸ਼ੈੱਲ ਦੇ ਵਿੱਚ ਹੀ ਆਸਰਾ ਲੈ ਲੈਂਦੇ ਸੀਗੇ, ਇੱਕ ਸ਼ੈੱਲ ਦੇ ਵਿੱਚ ਹੀ ਰਹਿ ਦਿੰਦੇ ਸੀਗੇ। ਇਸੇ ਕਰਕੇ ਹੁਣ ਜਦੋਂ ਫਰੈਂਚ ਪੀਪਲ ਆਏ ਤਾਂ ਉਹਨਾਂ ਨੇ ਆ ਕੇ ਇੱਥੇ ਕੀ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਨੂੰ ਕੀ ਆ ਡਰਿੰਕ ਭੇਟ ਕੀਤੀ, ਦਾਰੂ ਭੇਟ ਕੀਤੀ, ਐਲਕੋਹਲ। ਹੁਣ ਜਦੋਂ ਇਹਨਾਂ ਨੇ ਜੱਦੀ ਲੋਕਾਂ ਨੇ ਐਲਕੋਹਲ ਪੀਤਾ ਤਾਂ ਉਹਨਾਂ ਨੂੰ ਐਲਕੋਹਲ ਪੀ ਕੇ ਬੜਾ ਵਧੀਆ ਲੱਗਿਆ, ਚੰਗਾ ਫੀਲ ਲੱਗਿਆ ਹੈਗਾ। ਤਾਂ ਫਿਰ ਉਸ ਤੋਂ ਬਾਅਦ ਕੀ ਹੌਲੀ ਉਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਇੱਕ ਟ੍ਰੇਡ ਡੀਲ ਸ਼ੁਰੂ ਹੋ ਗਈ ਹੈਗੀ। ਤਾਂ ਇਸੇ ਤਰੀਕੇ ਨਾਲ ਕੀ ਹੈ ਫਿਰ ਉੱਥੇ ਸੈਟਲਮੈਂਟ ਜਿਹੜੀ ਹੈਗੀ ਸੀਗੀ ਸਟਾਰਟਿੰਗ ਹੋ ਗਈ ਸੀਗੀ। ਅਤੇ ਹੁਣ ਜਿਵੇਂ ਜੇ ਗੱਲ ਕਰੀਏ ਵੀ ਸਾਡੇ ਭਾਰਤ ਦੇ ਵਿੱਚ ਜੀ ਜਿਵੇਂ ਬ੍ਰਿਟਿਸ਼ ਸੀਗੇ ਲੋਕ, ਬ੍ਰਿਟਿਸ਼ ਇੱਕ ਕੰਪਨੀ ਆਈ ਸੀ ਈਸਟ ਇੰਡੀਆ ਕੰਪਨੀ ਥਰੂ, ਇਹਨਾਂ ਨੇ ਸਾਡੇ ਭਾਰਤ ਦੇ ਵਿੱਚ ਵਪਾਰ ਸ਼ੁਰੂ ਕੀਤਾ ਸੀ। ਤਾਂ ਉਸੇ ਤਰੀਕੇ ਕੀ ਯੈਸ ਇਨ ਦੀ ਸੇਮ ਮੈਨਰ ਗੋਰਿਆਂ ਨੇ ਕੈਨੇਡਾ ਦੇ ਵਿੱਚ ਵੀ ਇਸੇ ਤਰੀਕੇ ਨਾਲ ਰਾਜ ਕੀਤਾ। ਅਤੇ ਉਹ ਇੱਥੇ ਹਡਸਨ ਬੇ ਕੰਪਨੀ ਲੈ ਕੇ ਆਏ, ਜਿਹੜੀ ਕੀ ਹੈ ਉਹਦਾ ਮੇਨ ਕੰਮ ਹੀ ਸੀਗਾ ਫੂਡ ਟ੍ਰੇਡਿੰਗ ਦਾ, ਜਿਹੜਾ ਮੇਨ ਬਿਜ਼ਨਸ ਸੀ। ਅੱਜ ਤਾਂ ਹਡਸਨ ਬੇ ਕੰਪਨੀ ਦੇ ਵਿੱਚ ਕਾਫੀ ਜ਼ਿਆਦਾ ਹੈਗਾ ਕਈ ਤਰ੍ਹਾਂ ਦਾ ਬਿਜ਼ਨਸ ਚੱਲ ਰਿਹਾ ਹੈਗਾ, ਕਈ ਤਰ੍ਹਾਂ ਦੇ ਪ੍ਰੋਡਕਟਸ ਹੈ ਉਹ ਮੈਨੂਫੈਕਚਰ ਹੋ ਰਹੇ ਆ, ਡਿਸਟਰੀਬਿਊਸ਼ਨ ਹੋ ਰਹੇ ਹੈਗੇ, ਹੋਰ ਕਈ ਜਗ੍ਹਾ ਦੇ ਵਿੱਚ ਕ੍ਰਾਸ ਬਾਰਡਰ ਵੀ ਡੀਲਿੰਗ ਹੁੰਦੀ ਹੈ ਅਮਰੀਕਾ ਦੇ ਨਾਲ। ਤਾਂ ਇਸ ਤਰੀਕੇ ਨਾਲ ਕੀ ਇਨੀਸ਼ੀਅਲੀ ਜਿਹੜੀ ਹੈਗੀ ਫੂਡ ਟ੍ਰੇਡਿੰਗ ਲਈ ਆਏ ਸੀਗੇ। ਤਾਂ ਇਸ ਤਰੀਕੇ ਨਾਲ ਕੀ ਉਹ ਰਾ ਮਟੀਰੀਅਲ ਜਿਹੜਾ ਹੈਗਾ ਆਪਦੀ ਹੋਮ ਨੇਸ਼ਨ ਦੇ ਵਿੱਚ ਜਿਹੜੀ ਇੰਡਸਟਰੀ ਸੀਗੀਆਂ ਹੋਈਆਂ, ਕਾਟਨ ਇੰਡਸਟਰੀ ਸੀਗੀਆਂ ਹੋਈਆਂ, ਕਲੋਥ ਟੈਕਸਟਾਈਲ ਇੰਡਸਟਰੀ ਸੀਗੀਆਂ, ਉਹਨਾਂ ਨੂੰ ਕੀ ਹੈ ਚਲਾਉਣ ਦੇ ਲਈ ਰਾ ਮਟੀਰੀਅਲ ਇੱਥੋਂ ਲਿਜਾਂਦੇ ਸੀਗੇ ਜੀ। ਤਾਂ ਇਹ ਬੇਸਿਕਲੀ ਕੀ ਹੈ ਕੈਨੇਡਾ ਦਾ ਜਿਹੜਾ ਹੈਗਾ ਪੁਰਾਤਨ ਇਤਿਹਾਸ ਸੀਗਾ। ਅਤੇ ਪੁਰਾਤਨ ਇਤਿਹਾਸ ਦੇ ਵਿੱਚ ਹੋਰ ਵੀ ਕਈ ਇੰਟਰਸਟਿੰਗ ਜਿਹੜੀਆਂ ਹੈਗੀਆਂ ਇਨਸੀਡੈਂਟ ਵਾਪਰੇ ਨੇਗੇ। ਜਿਵੇਂ ਗੱਲ ਕੀਤੀ ਜਾਵੇ ਮੇਰੇ ਹਜੇ ਵੀ ਧਿਆਨ ਦੇ ਵਿੱਚ ਜਦੋਂ ਮੈਂ ਕੈਨੇਡਾ ਦੀ ਹਿਸਟਰੀ ਪੜ੍ਹੀ ਸੀ ਤਾਂ ਉਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਵੀ ਹਰੇਕ ਨੇਸ਼ਨ ਦੇ ਉੱਪਰ ਵਿੱਤੀ ਸੰਕਟ ਆਉਂਦੇ ਆ, ਫਾਈਨੈਂਸ਼ੀਅਲ ਕ੍ਰਾਈਸਿਸ ਆਉਂਦੇ ਹੈਗੇ। ਤਾਂ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਕੀ ਹੈ ਇੱਕ ਇਸ਼ੂ ਨੂੰ ਟੈਕਲ ਆਊਟ ਕਰਨ ਲਈ, ਉਸ ਮਸਲੇ ਨੂੰ ਹੱਲ ਕਰਨ ਲਈ ਕੀ ਕੀਤਾ ਜੀ ਉਦੋਂ
ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਨੇ ਇੱਕ ਪ੍ਰੋਕਲਾਮੇਸ਼ਨ ਕਰਤੀ ਸੀ ਪਬਲਿਕਲੀ, ਵੀ ਇੱਕ ਪਬਲਿਕਲੀ ਐਲਾਨ ਕਰ ਦਿੱਤਾ ਸੀਗਾ ਵੀ ਕੋਈ ਵੀ ਜਿਹੜਾ ਹੈਗਾ ਜੀ 18 ਸਾਲ ਤੋਂ ਅਬੋਵ ਹੈ, ਜੋ ਵੀ ਕੋਈ ਮੈਰਿਜ ਦਾ ਪਲਾਨ ਬਣਾ ਰਿਹਾ ਉਹ ਪਲੀਜ਼ ਮੈਰਿਜ ਦਾ ਜੋ ਪਲਾਨ ਆ ਉਹਨੂੰ ਪੋਸਟਪੋਨ ਕਰ ਦੇਵੇ, ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ ਕਰਕੇ ਆ ਤੁਸੀਂ ਮੈਰਿਜ ਕਰਾਓਗੇ, ਮੈਰਿਜ ਕਰਾਉਣ ਤੋਂ ਬਾਅਦ ਤੁਹਾਡੇ ਐਕਸਪੈਂਡੀਚਰਸ ਵਧਣਗੇ, ਤੁਹਾਡੇ ਬੱਚੇ ਹੋਣਗੇ, ਫਿਰ ਉਹਨਾਂ ਦੀ ਐਜੂਕੇਸ਼ਨ ਦਾ ਇਸ ਤਰੀਕੇ ਨਾਲ ਕਈ ਤਰ੍ਹਾਂ ਦੇ ਖਰਚੇ ਜਿਹੜੇ ਹੁੰਦੇ ਹੈਗੇ ਉਹ ਵੱਧ ਜਾਂਦੇ ਆ। ਤਾਂ ਇਹੋ ਜਿਹੇ ਬੜੀਆਂ ਇਹੋ ਜਿਹੇ ਖਰਚਿਆਂ ਨੂੰ ਮੇਨਟੇਨ ਕਰਨੇ ਕਿ ਉਹਨਾਂ ਨੇ ਇਹੋ ਜਿਹੀ ਮੈਨੇਜਮੈਂਟ ਸਿਸਟਮ ਜਿਹੜਾ ਸੀਗਾ ਪੁਰਾਣੇ ਸਮੇਂ ਦੇ ਵਿੱਚ ਚਲਾਇਆ ਸੀਗਾ। ਅਤੇ ਇਹੋ ਜਿਹੇ ਐਸਟੋਨਿਸ਼ਿੰਗ ਜਿਹੜੇ ਹੈਗੇ ਇੰਸੀਡੈਂਟਸ ਹੈ ਉਹ ਵੀ ਕੈਨੇਡਾ ਦੀ ਹਿਸਟਰੀ ਦੇ ਵਿੱਚ ਵਾਪਰੇ ਨੇ ਹੈਗੇ। ਤਾਂ ਇਸ ਤਰ੍ਹਾਂ ਦੀ ਜਿਹੜੀ ਸੀਗੀ ਕੈਨੇਡਾ ਦੀ ਬੇਸਿਕ ਹਿਸਟਰੀ ਸੀ। ਹੁਣ ਬਾਕੀ ਜੇ ਗੱਲ ਕੀਤੀ ਜਾਵੇ ਤਾਂ ਆਪਣਾ ਇੰਡੀਆ ਨੇ ਕੈਨੇਡਾ ਤੋਂ ਕੀ ਲਿਆ ਜੀ, ਜੇ ਗੱਲ ਕੀਤੀ ਜਾਵੇ ਬੇਸਿਕਲੀ ਹੁਣ ਜਿਵੇਂ ਆਪਾਂ ਜਾਣਦੇ ਹਾਂ ਜੀ ਇੱਕ ਕੁਆਸੀ ਫੈਡਰਲਿਜ਼ਮ ਲਾ ਹੈ ਜੀ ਕੈਨੇਡਾ ਦੇ ਵਿੱਚ। ਉਹ ਕੁਆਸੀ ਫੈਡਰਲਿਜ਼ਮ ਜਿਹੜਾ ਕਾਨੂੰਨ ਹੈ ਆਪਣੇ ਇੰਡੀਆ ਦੇ ਕੌਂਸਟੀਟਿਊਸ਼ਨ ਦੇ ਵਿੱਚ ਹੈ ਉਹ ਵੀ ਆਪਾਂ ਕੈਨੇਡਾ ਤੋਂ ਲਿਆ ਗਿਆ, ਕਿਉਂਕਿ ਇਹਦਾ ਕੁਆਸੀ ਫੈਡਰਲਿਜ਼ਮ ਜਿਹੜਾ ਕਾਨੂੰਨ ਹੈ ਉਹ ਕਾਨੂੰਨ ਦਾ ਮਤਲਬ ਕੀ ਹੈ ਜੀ, ਉਹ ਕਾਨੂੰਨ ਦਾ ਮਤਲਬ ਇਹ ਹੈ ਵੀ ਜੇਕਰ ਕੋਈ ਵੀ ਫੈਡਰਲ ਗੌਰਮੈਂਟ ਹੈ ਸੈਂਟਰਲ ਗੌਰਮੈਂਟ ਹੈ, ਜੇ ਕੋਈ ਵੀ ਲੈਜਿਸਲੇਸ਼ਨ ਹੈ, ਕੋਈ ਕਾਨੂੰਨ ਹੈ, ਕੋਈ ਬਿੱਲ ਹੈ ਪਾਸ ਕਰਦੀ ਹੈ, ਤਾਂ ਉਸ ਬਿੱਲ ਦੀ ਮਨਜ਼ੂਰੀ ਦੇ ਵਿੱਚ ਜੇ ਕੋਈ ਪ੍ਰੋਵਿੰਸ ਹੈ, ਕੋਈ ਸਟੇਟ ਹੈ, ਕੋਈ ਸੂਬਾ ਹੈ ਟੋਟਲੀ ਡਿਨਾਈ ਕਰਦਾ ਹੈਗਾ, ਤਾਂ ਇਹਦਾ ਮਤਲਬ ਵੀ ਉਹ ਡਾਇਰੈਕਟਲੀ ਕੀ ਹੈ ਡਿਨਾਈ ਐਪਲੀਕੇਬਲ ਨਹੀਂ ਹੋ ਸਕਦਾ ਉਸ ਪ੍ਰੋਵਿੰਸ ਦੇ ਵਿੱਚ। ਮਤਲਬ ਵੀ ਉਹ ਸਾਫ਼ ਤੌਰ 'ਤੇ ਡਿਨਾਈ ਕਰ ਸਕਦੇ ਆ ਵੀ ਅਸੀਂ ਤੁਹਾਡੇ ਇਸ ਲੈਜਿਸਲੇਸ਼ਨ ਦੀ ਜਿਹੜੀਆਂ ਗਾਈਡਲਾਈਨਸ ਹੈ, ਜੋ ਵੀ ਇਸ ਦੇ ਟਰਮਸ ਐਂਡ ਕੰਡੀਸ਼ਨਸ ਆ, ਉਹ ਸਾਡੇ ਸੂਬੇ ਦੇ ਹਿੱਤ ਦੇ ਵਿੱਚ ਨਹੀਂ ਹੈ, ਇਸੇ ਕਰਕੇ ਕਿ ਉਹ ਡਿਨਾਈ ਕਰ ਸਕਦੇ ਆ। ਤਾਂ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਉਹ ਵੀ ਅਸੀਂ ਕੈਨੇਡਾ ਦੇ ਵਿੱਚੋਂ ਲਿਆਇਆ ਗਿਆ। ਹੁਣ ਜੇ ਗੱਲ ਕੀਤੀ ਜਾਵੇ ਕੈਨੇਡਾ ਦੇ ਸ਼ੁਰੂ ਦੇ ਵਿੱਚ, ਕਿਉਂਕਿ ਜਦੋਂ ਇੱਥੇ ਫਰੈਂਚ ਪੀਪਲ ਆਏ ਆ ਜੀ, ਫਰੈਂਚ ਐਕਸਪਲੋਰਰ ਆਏ ਹੈਗੇ, ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਕੈਨੇਡਾ ਨੂੰ ਆਪਣੇ ਕਲੀਓਂ ਨਾਂ ਦਿੱਤਾ ਗਾ ਨਿਊ ਫਰਾਂਸ ਦਾ ਜਿਹੜਾ ਨਾਂ ਹੈ ਕੈਨੇਡਾ ਨੂੰ ਦਿੱਤਾ ਗਿਆ ਹੈਗਾ। ਫਿਰ ਉਸ ਤੋਂ ਬਾਅਦ ਕੀ ਹੈਗਾ ਜਿਹੜਾ ਕੈਨੇਡਾ ਦਾ ਐਕਚੁਅਲ ਮੀਨਿੰਗ ਹੈ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਗਿਆ ਵੀ ਵਿਲੇਜ ਫੋਰਸ ਸੈਟਲਮੈਂਟ ਗਿਣਿਆ ਗਿਆ ਹੈਗਾ। ਅਤੇ ਕਿਤੇ ਕੈਨੇਡਾ ਦਾ ਜਿਹੜਾ ਨਾਂ ਹੈ ਉਹ ਦੀ ਗ੍ਰੇਟ ਵਾਈਟ ਨਾਰਥ ਦਾ ਨਾਂ ਵੀ ਦਿੱਤਾ ਗਿਆ ਹੈਗਾ ਕੈਨੇਡਾ ਨੂੰ। ਇਹ ਵੀ ਬੇਸਿਕਲੀ ਕੈਨੇਡਾ ਦੀ ਜਿਹੜਾ ਹਿਸਟਰੀ ਦੇ ਵਿੱਚ ਹੈਗਾ ਨਾਂ ਦਰਜ ਹੈਗਾ। ਫਿਰ ਉਸ ਤੋਂ ਬਾਅਦ ਕੀ ਹੈ ਜੀ, ਜੇ ਗੱਲ ਕੀਤੀ ਜਾਵੇ 1980 ਈਸਵੀ 'ਤੇ ਜਿਹੜਾ ਪਹਿਲਾ ਸੀਗਾ ਉਹ ਕੈਨੇਡਾ ਦਾ ਨਾਂ ਸੀਗਾ ਦਾ ਡੋਮੀਨੀਅਨ ਦਾ ਨਾਂ ਦਿੱਤਾ ਗਿਆ ਸੀਗਾ। ਫਿਰ ਉਸ ਤੋਂ ਬਾਅਦ ਕੀ ਆ 1980 ਤੋਂ ਬਾਅਦ ਕੈਨੇਡਾ ਦਾ ਜਿਵੇਂ ਕੈਨੇਡਾ ਦਿਵਸ ਮਨਾਇਆ ਜਾਂਦਾ, ਤਾਂ ਉਦੋਂ ਦਾ ਡੋਮੀਨੀਅਨ ਤੋਂ ਬਦਲ ਕੇ ਦੀ ਕੈਨੇਡਾ ਡੇ ਨਾਂ ਦਿੱਤਾ ਗਿਆ ਹੈਗਾ, ਜਿਹੜਾ ਕੈਨੇਡਾ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ। ਅਤੇ ਬੇਸਿਕਲੀ ਜਿਹੜਾ ਕੈਨੇਡਾ ਦੀ ਇਸਟੈਬਲਿਸ਼ਮੈਂਟ ਹੈ ਜੀ ਉਹ 1867 ਈਸਵੀ ਦੇ ਵਿੱਚ ਹੋਈ ਹੈਗੀ। ਓਫੀਸ਼ਲੀ ਇਹਨੂੰ ਜਿਹੜਾ ਹੈਗਾ ਇੱਕ ਵੱਖਰਾ ਚਾਰਟਰ ਬਣਾਇਆ ਗਿਆ ਜੀ, ਬ੍ਰਿਟਿਸ਼ ਚਾਰਟਰ ਬਣਾਇਆ ਗਿਆ ਕਿ ਜਿਹਦੇ ਵਿੱਚ ਕੀ ਹੈ ਸਾਰੇ ਕਾਨੂੰਨ ਕਾਇਦੇ ਦੁਆਰਾ ਇੱਕ ਕੰਪਲੀਟ ਐਕਸਟ੍ਰੈਕਟ ਬਣਾਇਆ ਗਿਆ ਜੀ। ਤਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਬੇਸਿਕਲੀ ਕੈਨੇਡਾ ਦੀ ਹਿਸਟਰੀ ਹੈ ਜੀ। ਫਿਰ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਅੱਜ ਕੱਲ੍ਹ ਕੈਨੇਡਾ ਦੇ ਕਾਨੂੰਨ ਕਾਇਦੇ ਦੇ ਸਿਸਟਮ, ਕੈਨੇਡਾ ਨੇ ਸਭ ਤੋਂ ਜ਼ਿਆਦਾ ਅਬੋਰਜਨਲ ਲੋਕਾਂ ਨੂੰ ਜੀ ਹੱਕ ਦਿੱਤੇ ਹੋਏ ਹੈਗੇ ਕੈਨੇਡਾ ਨੇ, ਕਿਉਂਕਿ ਇੱਕ ਬੜੀ ਮੇਰੇ ਅਕੋਰਡਿੰਗ ਤਾਂ ਇੱਕ ਬੜਾ ਵਧੀਆ ਇੱਕ ਡਿਸੀਜ਼ਨ ਹੈ ਜੀ, ਇੱਕ ਇਨੀਸ਼ੀਏਟਿਵ ਹੈ। ਕਿਉਂਕਿ ਦੇਖੋ ਜਿਨ੍ਹਾਂ ਲੋਕਾਂ ਦੀ ਧਰਤੀ ਹੈ ਉਹਨਾਂ ਦੀ ਧਰਤੀ 'ਤੇ ਸੈਟਲਮੈਂਟ ਹੋ ਰਹੀ ਹੈ, ਤਾਂ ਉਹਨਾਂ ਲੋਕਾਂ ਨੂੰ ਓਬਵੀਅਸਲੀ ਹੈ ਰਾਈਟਸ ਵੱਧ ਚਾਹੀਦੇ ਹੈਗੇ। ਇਹ ਬਿਲਕੁਲ ਇਸ ਚੀਜ਼ ਨਾਲ ਮੈਂ ਸੈਟਿਸਫਾਈ ਹੈਗਾ ਜੀ। ਫਿਰ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਕੈਨੇਡਾ ਦੇ ਵਿੱਚ ਹੋਰ ਵੀ ਕਈ ਇੰਟਰਸਟਿੰਗ ਚੀਜ਼ਾਂ ਦੀ ਜੀ, ਤਾਂ ਇਹਦੇ ਵਿੱਚ ਇੱਕ ਹੋਰ ਪਿੱਛੇ ਜੇ ਇੱਕ ਸੀਗੀ ਜੀ ਮੇਰੇ ਧਿਆਨ ਦੇ ਵਿੱਚ ਹੈਗੀ ਕਿ ਕੈਨੇਡਾ ਦੇ ਵਿੱਚ 3 ਜਿਹੜੇ ਹੈਗੇ ਸਭ ਤੋਂ ਜ਼ਿਆਦਾ ਸਕਸੈਸਫੁਲ ਪ੍ਰਾਈਮ ਮਿਨਿਸਟਰ ਰਹੇ ਨੇ ਜੀ, ਮੈਕੈਂਜੀ ਕਿੰਗ, ਮੈਕਡੋਨਾਲਡ ਅਤੇ ਪੀਰੀ ਟਰੂਡੋ। ਹੁਣ ਪੀਰੀ ਟਰੂਡੋ ਹੈ ਜੀ ਉਹ ਜਸਟਿਨ ਟਰੂਡੋ ਦਾ ਫਾਦਰ ਹੈ, ਜਿਹੜਾ ਕਿ ਫਰੈਂਚ ਮਿਊਲ ਹੈ। ਇਸੇ ਕਰਕੇ ਤੁਸੀਂ ਇਹਨਾਂ ਦਾ ਜਿਵੇਂ ਨਾਂ ਦੇ ਸਪੈਲਿੰਗ ਚੈੱਕ ਕਰ ਲਓ, ਉਹ ਫਰੈਂਚ ਵਰਡਿੰਗ ਦੇ ਵਿੱਚ ਹੈ, ਇਸੇ ਕਰਕੇ ਕਿ ਇਹਨਾਂ ਦੇ ਨਾਂ ਇਸ ਤਰ੍ਹਾਂ ਹੈਗੇ। ਉਸ ਤੋਂ ਬਾਅਦ ਫਿਰ ਹੋਰ ਵੀ ਜਿਵੇਂ ਆਪਾਂ ਗੱਲ ਕਰੀਏ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਇਹ ਓਫੀਸ਼ਲੀ ਕੀ ਕੈਨੇਡਾ ਨੂੰ ਇੱਕ ਲੀਗਲਾਈਜ਼ ਕੀਤਾ, ਇੱਕ ਲੀਗਲ ਢਾਂਚੇ ਦੇ ਵਿੱਚ ਬੰਨ੍ਹਿਆ ਗਿਆ ਜੀ, ਤਾਂ ਉਦੋਂ ਇਹਦੇ 4 ਪ੍ਰੋਵਿੰਸ ਸੀਗੇ ਇਨੀਸ਼ੀਅਲੀ, ਓਨਟਾਰੀਓ, ਨੋਵਾ ਸਕੋਸ਼ੀਆ, ਕਿਬੇਕ ਐਂਡ 4th ਵਨ ਸੀਗਾ ਜੀ
ਨਿਊ ਬਰੁੰਸਵਿਕ, ਇਹ 4 ਸੂਬੇ ਜਿਹੜੇ ਸੀਗੇ ਇਨੀਸ਼ੀਅਲੀ ਕੈਨੇਡਾ ਦੇ ਸੀਗੇ। ਉਸ ਤੋਂ ਬਾਅਦ ਕੀ ਅਲੱਗ-ਅਲੱਗ ਸੂਬੇ ਆ, ਫਿਰ ਉਸ ਤੋਂ ਬਾਅਦ ਫਾਈਨਲੀ ਕੀ ਹੈ ਕੈਨੇਡਾ 13 ਭਾਗਾਂ ਦੇ ਵਿੱਚ ਵੰਡਿਆ ਗਿਆ। 10 ਤਾਂ ਜਿਹੜੇ ਹੈਗੇ ਇੱਥੋਂ ਦੇ ਪ੍ਰੋਵਿੰਸ ਹੈ ਜੀ, ਤੇ 13 ਜਿਹੜੀਆਂ ਹੈਗੀਆਂ ਗਿਆ ਇੱਥੋਂ ਦੀਆਂ ਯੂਨੀਅਨ ਟੈਰੀਟਰੀਜ਼ ਹੈ, ਜਿਵੇਂ ਆਪਣੇ ਕੇਂਦਰ ਸ਼ਾਸਿਤ ਪ੍ਰਦੇਸ਼ ਕਹਿ ਦਿੰਦੇ ਨੇਗੇ। ਜਿਵੇਂ ਨਿਊ ਦਿੱਲੀ ਹੋ ਗਿਆ ਉਵੇਂ ਕਰੀ ਹੈਗਾ ਗਿਆ, ਨੂਨਾਵੈਟ ਯੂਕਨ ਟੈਰੀਟਰੀ ਹੈਗਾ ਗਿਆ, ਨਾਰਥ ਵੈਸਟ ਟੈਰੀਟਰੀ ਆ ਗਿਆ। ਤਾਂ ਇਸ ਤਰ੍ਹਾਂ ਦੇ ਕਿ 3 ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਹੈਗੇ ਜਾਣੇ ਜਾਂਦੇ ਹੈ। ਤਾਂ ਇਹੀ ਜਿਹੜੀ ਬੇਸਿਕਲੀ ਸੀਗੀ ਕੈਨੇਡਾ ਦੀ ਹਿਸਟਰੀ ਸੀਗੀ ਜੀ। ਬੜਾ ਇੰਟਰਸਟਿੰਗ ਜੀ ਹਿਸਟਰੀ ਸੀਗੀ, ਕਿਉਂਕਿ ਕੈਨੇਡਾ ਦੀ ਹਿਸਟਰੀ ਦੇ ਵਿੱਚ ਹੋਰ ਵੀ ਕਈ ਗੱਲਾਂ ਵਾਪਰੀਆਂ। ਜਿਵੇਂ ਆਪਣੇ ਪੇਂਡੂ ਕਲਚਰ ਦੇ ਲੋਕ ਹੈ ਜੀ, ਪੇਂਡੂ ਕਲਚਰ ਦੇ ਲੋਕਾਂ ਨੂੰ ਥੋੜ੍ਹਾ ਜਿਹਾ ਖਾਸ ਕਰੀ ਜਿਹੜੇ ਆਪਣੇ ਮੇਰੇ ਜ਼ਿਮੀਂਦਾਰ ਭਰਾ ਹੈਗੇ ਉਹਨਾਂ ਨੂੰ ਜ਼ਮੀਨ ਵਾਲੀਆਂ ਚੀਜ਼ਾਂ ਬੜੀਆਂ ਪਸੰਦ ਹੁੰਦੀਆਂ। ਤਾਂ ਇਸੇ ਤਰ੍ਹਾਂ ਵੀ ਇੱਕ ਬੜਾ ਇੰਟਰਸਟਿੰਗ ਇੰਸੀਡੈਂਟ ਵਾਪਰਿਆ ਜੀ। ਜਦੋਂ ਸਭ ਤੋਂ ਪਹਿਲਾਂ ਫਰਾਂਸੀਸੀ ਇੱਥੇ ਆਏ ਹੈਗੇ, ਤਾਂ ਫਰਾਂਸੀਸੀ ਲੋਕਾਂ ਨੇ ਆ ਕੇ ਇੱਥੇ ਕੀ ਨੂੰ ਇੱਥੇ ਸੈਟਲਮੈਂਟ ਕਰਾਉਣ ਵਾਸਤੇ ਫਰਾਂਸ ਦੇ ਰਾਜੇ ਨੇ ਕੀ ਕਿਹਾ ਸੀਗਾ, ਉਹ ਕਹਿੰਦਾ ਵੀ ਮੇਰੀ ਫਰਾਂਸ ਦੇ ਵਿੱਚ ਜੋ ਵੀ ਪਾਪੂਲੇਸ਼ਨ ਹੈਗੀ ਆ ਉਹ ਮੇਰੀ ਸਾਰੀ ਐਜ਼ ਇਟ ਇੱਕ ਫੈਮਿਲੀ ਦੀ ਤਰ੍ਹਾਂ ਹੈਗਾ। ਤੁਸੀਂ ਕੀ ਕਰੋ ਜੀ, ਉੱਥੇ ਜਿਹੜਾ ਵੀ ਹੈਗਾ 18 ਸਾਲ ਤੋਂ ਅਬੋਵ ਹੈਗਾ ਉਹ ਉੱਥੇ ਆ ਕੇ ਰਹੋ। ਤੇ ਮੈਂ ਕੀ ਆ ਹਰੇਕ 18 ਸਾਲ ਤੋਂ ਅਬੋਵ ਏਜ ਵਾਲੇ ਬੰਦੇ ਨੂੰ 1000 ਏਕੜ ਜਿਹੜੀ ਹੈਗਾ ਕਿ ਲੈਂਡ ਦੇਵਾਂਗਾ ਜੀ। ਉਸੇ ਕਰਕੇ ਕੀ ਆ ਫਿਰ ਉੱਥੋਂ ਕੀ ਆ ਫਰਾਂਸ ਦੇ ਜਿਹੜੇ ਲੋਕ ਆ ਇੱਥੇ ਆਏ ਸੀ ਉਹਨਾਂ ਨੂੰ ਕੀ ਆ ਇਹ ਆਫਰਿੰਗ ਦਿੱਤੀ ਸੀਗੀ। ਤੇ ਉਹਨਾਂ ਨੇ ਕੀ ਆ ਫਿਰ ਕਿਉਂਕਿ ਕੈਨੇਡਾ ਦੇ ਵਿੱਚ ਜੰਗਲ ਬਹੁਤ ਜ਼ਿਆਦਾ ਹੈਗੇ ਆ ਜੀ, ਫੋਰੈਸਟ ਏਰੀਆ ਬਹੁਤ ਜ਼ਿਆਦਾ ਹੈਗਾ ਕਿ ਕੈਨੇਡਾ ਦਾ। ਇਸੇ ਕਰਕੇ ਕੀ ਹੈ ਜਿਵੇਂ ਸਾਡੇ ਵਰਲਡ ਦੇ ਵਿੱਚ ਹੈ, ਸਪੈਸ਼ਲੀ ਇੰਡੀਆ ਦੇ ਵਿੱਚ ਹੈਗੀ, ਉਹ ਕੈਨੇਡਾ ਦੀ ਲੱਕੜ ਹੈ ਜਿਵੇਂ ਕੈਨੇਡੀਅਨ ਕੈਲ ਹੈਗੀ, ਉਹ ਬਹੁਤ ਜ਼ਿਆਦਾ ਐਕਸਪੋਰਟ ਹੁੰਦੀ ਹੈਗੀ। ਤੇ ਬਾਕੀ ਮੈਂ ਜਿਵੇਂ ਕੁਛ ਕੁ ਜਿਸ ਏਰੀਆ ਦੇ ਵਿੱਚ ਰਹਿ ਰਿਹਾ ਉੱਥੇ ਮੈਂ ਘੁੰਮ ਕੇ ਵੇਖਿਆ ਗਿਆ ਤਾਂ ਮੋਸਟ ਆਫ ਦੀ ਜਿਹੜੇ ਪੋਲਸ ਹੈਗੇ ਉਹ ਜਿਨ੍ਹਾਂ ਤੇ ਇਲੈਕਟ੍ਰੀਸਿਟੀ ਵਾਲੀਆਂ ਵਾਇਰਸ ਜਾਂਦੀਆਂ ਹੈਗੀਆਂ, ਉਹ ਵੀ ਕੀ ਇਹਨਾਂ ਪੋਲਸ ਦੇ ਉੱਪਰ ਮਾਊਂਟਡ ਕੀਤੀਆਂ ਗਈਆਂ ਪ੍ਰੋਪਰ ਸਟਰਕਚਰਿੰਗ ਬਣਾ ਕੇ। ਤਾਂ ਇਸੇ ਕਰਕੇ ਕੀ ਕੈਨੇਡਾ ਦੀ ਜਿਹੜੀ ਕੈਨੇਡੀਅਨ ਕੈਲ ਹੈ ਉਹ ਵੀ ਕਾਫੀ ਜ਼ਿਆਦਾ ਮਸ਼ਹੂਰ ਹੈ ਜੀ। ਤੇ ਇਸ ਤਰੀਕੇ ਨਾਲ ਜਿਵੇਂ ਗੱਲ ਕਰ ਰਹੇ ਸੀਗੇ ਵੀ ਉਹਨਾਂ ਨੇ 1-1000 ਜੋ ਜਿਹੜੀ ਸੀਗੀ ਜ਼ਮੀਨ ਸੀਗੀ ਜੀ ਉਹਨਾਂ ਫ੍ਰੈਂਚ ਪੀਪਲ ਨੂੰ ਅਲਾਟ ਕੀਤੀ ਸੀਗੀ। ਤਾਂ ਇਹ ਜਿਹੜੀ ਸੀਗੀ ਬੇਸਿਕਲੀ ਕੈਨੇਡਾ ਦੀ ਇਹੀ ਇੰਟਰਸਟਿੰਗ ਜੀ ਹਿਸਟਰੀ ਸੀਗੀ ਜੀ। ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਹੈਗੀ ਕੈਨੇਡਾ ਦਾ ਇਤਿਹਾਸ ਜ਼ਰੂਰ ਪਸੰਦ ਆਏਗਾ। ਸੋ ਪਲੀਜ਼ ਦੇਰ ਇਜ਼ ਅ ਹੰਬਲ ਰਿਕੁਐਸਟ ਟੂ ਯੂ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਹਿਟ ਦੀ ਬੈਲ ਆਈਕਨ ਫॉर obtaining a notification of upcoming videos। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕਰਕੇ ਕੀ ਆ ਬੈਲ ਆਈਕਨ ਦਬਾਓਗੇ ਤਾਂ ਤੁਹਾਡੇ ਕੋਲ ਕੀ ਹੈ ਜਿਹੜੀ ਵੀ ਨੈਕਸਟ ਵੀਡੀਓ ਹੈਗੀ ਮੈਂ ਆਲ ਅਬਾਊਟ ਕੈਨੇਡਾ ਦੇ ਕਲਚਰ ਬਾਰੇ ਪਾਊਂਗਾ, ਜਾਂ ਕੈਨੇਡਾ ਦੇ ਹੋਰ ਕਈ ਤਰ੍ਹਾਂ ਦੇ ਜਿਹੜੇ ਹੈਗੇ ਪਲੇਸਿਸ ਹੈ ਜਿਹੜੇ ਐਕਸਪਲੋਰ ਕਰਨ ਵਾਲੇ ਆ, ਮੈਂ ਉਹਨਾਂ ਦੇ ਬਾਰੇ ਤੁਹਾਨੂੰ ਇੰਟਰਸਟਿੰਗ ਜਿਹੜੀ ਹੈਗੀ ਜਾਣਕਾਰੀ ਆਪਦੀ ਨੇਟਿਵ ਲੈਂਗੁਏਜ ਪੰਜਾਬੀ ਦੇ ਵਿੱਚ ਤੁਹਾਡੇ ਕੋਲ ਸ਼ੇਅਰ ਕਰੂੰਗਾ ਜੀ। ਸੋ ਥੈਂਕ ਯੂ ਜੀ।